Hello students, Rajay. Today date is 21st September. Day Monday है. मार्केटिंग मैनेजमेंट ਦਾ ਆਪਾਂ ਨੈਕਸਟ ਟੌਪਿਕ ਯਾਨੀ ਕਿ ਨੈਕਸਟ ਚੈਪਟਰ ਆਪਾਂ ਸਟਾਰਟ ਕਰਨ ਲੱਗੇ ਹਾਂ ਮਾਰਕੀਟ ਸੈਗਮੈਂਟੇਸ਼ਨ. ਮਾਰਕੀਟ ਸੈਗਮੈਂਟੇਸ਼ਨ ਕੀ ਹੁੰਦਾ ਹੈ? ਮਾਰਕੀਟ ਸੈਗਮੈਂਟੇਸ਼ਨ ਇੱਕ ਸਟ੍ਰੈਟਜੀ ਹੈ. ਸਟ੍ਰੈਟਜੀ ਮਤਲਬ ਇੱਕ ਪੋਲਿਸੀ, ਇੱਕ ਰਣਨੀਤੀ ਜਿਹੜੀ ਸਾਡੇ ਕੰਪੀਟੀਟਰਸ ਤੋਂ ਬਿਲਕੁਲ ਅਲੱਗ ਹੋਏਗੀ. ਠੀਕ ਹੈ, ਇਹਦੇ ਵਿੱਚ ਕੀ ਹੋਏਗਾ ਕਿ ਆਪਾਂ ਪੂਰੀ ਮਾਰਕੀਟ ਨੂੰ ਡਿਵਾਈਡ ਕਰਾਂਗੇ. ਠੀਕ ਹੈ, ਡਿਵਾਈਡ ਕਰਾਂਗੇ ਕਿਸ ਦੇ ਅਕੋਰਡਿੰਗ, ਜਿਹਦੇ ਵਿੱਚ ਆਪਾਂ ਕੰਜ਼ਿਊਮਰਸ ਦੀਆਂ, ਬਿਜ਼ਨਸ ਦੀਆਂ ਜਾਂ ਕੰਟਰੀਜ਼ ਦੀਆਂ ਜਿਨ੍ਹਾਂ ਦੀਆਂ ਇੱਕੋ ਜਿਹੀਆਂ ਨੀਡਸ ਨੇ, ਇੰਟਰਸਟ ਹੈ ਐਂਡ ਕੋਈ ਵੀ ਡਿਜ਼ਾਇਰ ਹੈ, ਮਤਲਬ ਉਹਨਾਂ ਦਾ ਆਪਾਂ ਇੱਕ ਸਬਲੈਟ ਬਣਾ ਲੈਂਦੇ ਹਾਂ, ਯਾਨੀ ਕਿ ਉਹਨੂੰ ਅਲੱਗ ਤੋਂ ਬਣਾ ਲੈਂਦੇ ਹਾਂ ਤਾਂ ਕਿ ਸਾਡੀ ਇੱਕੋ ਸਟ੍ਰੈਟਜੀ ਹੀ ਸਾਰੀ ਮਾਰਕੀਟ ਦੇ ਵਿੱਚ ਇੰਪਲੀਮੈਂਟ ਹੋ ਜਾਵੇ. ਮਤਲਬ ਕੀ ਹੈ ਕਿ ਮਾਰਕੀਟ ਨੂੰ ਡਿਵਾਈਡ ਕਰਨਾ, ਕਿਹਦੇ ਅਕੋਰਡਿੰਗ ਮਾਰਕੀਟ ਨੂੰ ਡਿਵਾਈਡ ਕਰਨਾ, ਕੰਜ਼ਿਊਮਰਸ ਦੀਆਂ ਨੀਡਸ, ਵਾਂਟ, ਡਿਜ਼ਾਇਰ ਨੂੰ ਦਾ ਇੱਕ ਸੈਬਲੇਟ ਬਣਾ ਕੇ, ਇੱਕ ਗਰੁੱਪ ਬਣਾ ਕੇ ਉਹਨੂੰ ਅਲੱਗ-ਅਲੱਗ ਪਾਰਟਸ ਵਿੱਚ ਡਿਵਾਈਡ ਕਰਨ ਨੂੰ ਕੀ ਬੋਲਦੇ ਆ? ਮਾਰਕੀਟ ਸੈਗਮੈਂਟੇਸ਼ਨ. ਹੁਣ ਜਿਵੇਂ ਆਹ ਦੇਖੋ, ਇੱਕ ਪੂਰੀ ਆਪਣੇ ਕੋਲ ਯੂਨੀਵਰਸ ਹੈਗਾ. ਇਸ ਯੂਨੀਵਰਸ ਨੂੰ ਆਪਾਂ ਨੀਡਸ ਦੇ ਅਕੋਰਡਿੰਗ, ਡਿਜ਼ਾਇਰ ਦੇ ਅਕੋਰਡਿੰਗ ਆਪਾਂ ਕੀ ਕਰਤਾ? ਅਲੱਗ-ਅਲੱਗ ਗਰੁੱਪ ਬਣਾ ਲਏ. ਠੀਕ ਹੈ, ਉਸ ਗਰੁੱਪਸ ਨੂੰ ਕੀ ਬੋਲਦੇ ਆ? ਮਾਰਕੀਟ ਸੈਗਮੈਂਟੇਸ਼ਨ. ਵੀ ਮਾਰਕੀਟ ਨੂੰ ਅਲੱਗ-ਅਲੱਗ ਗਰੁੱਪਸ ਦੇ ਵਿੱਚ ਡਿਵਾਈਡ ਕਰਨਾ. ਉਸ ਤੋਂ ਬਾਅਦ ਨੈਕਸਟ ਆਉਂਦਾ ਹੈ ਇਹਦੀ ਡੈਫੀਨੇਸ਼ਨ. ਮਾਰਕੀਟ ਸੈਗਮੈਂਟੇਸ਼ਨ ਦੀ ਡੈਫੀਨੇਸ਼ਨ ਜਿਹੜੀ ਆ ਉਹ ਫਿਲਿਪ ਕੋਲਟਰ ਦੀ ਬਹੁਤ ਅੱਛੀ ਡੈਫੀਨੇਸ਼ਨ ਹੈ ਕਿ ਇਹ ਕੀ ਆ? ਇੱਕ ਸਬ ਡਿਵਾਈਡਿੰਗ ਆਫ ਕਸਟਮਰਸ ਇਨਟੂ ਹੋਮੋਜੀਨੀਅਸ subset of customers where any subset may conceivably selected as market target to be reached with distinct marketing mix. मतलब यही सेम वही जो पिछे पढ़िया कि मार्केट ਨੂੰ डिवाइड करना. ठीक है, होमोजीनियस मतलब ਇੱਕੋ ਜਿਹੇ ਜੋ ਵੀ ਜਿਹੜੀਆਂ ਕਸਟਮਰਸ ਦੀਆਂ ਇੱਕੋ ਜਿਹੀਆਂ ਨੀਡਸ ਨੇ, ਡਿਜ਼ਾਇਰ ਨੇ, ਵਾਂਟਸ ਨੇ, ਉਹਨਾਂ ਨੂੰ ਇਕੱਠਾ ਕਰਕੇ ਇੱਕ ਅਲੱਗ ਤੋਂ ਗਰੁੱਪ ਬਣਾ ਕੇ ਉਹਦੀ ਮਾਰਕੀਟਿੰਗ ਕਰਨੀ, ਮਾਰਕੀਟਿੰਗ ਮਿਕਸ ਨੂੰ ਨਾਲ ਲੈ ਕੇ, ਤਾਂ ਉਹਨੂੰ ਮਾਰਕੀਟ ਸੈਗਮੈਂਟ ਕਿਹਾ ਜਾਂਦਾ ਹੈ. ਹੁਣ ਜੇ ਆਪਾਂ ਇਹ ਗੱਲ ਕਰੀਏ ਕਿ ਮਾਰਕੀਟ ਜਿਹੜਾ ਆ ਉਹਦੇ ਵਿੱਚ ਆਪਾਂ ਕੰਜ਼ਿਊਮਰ ਮਤਲਬ ਪ੍ਰੋਡਕਟ ਵੀ ਬਿਲਕੁਲ ਐਡ ਕਰ ਦਿੰਦੇ ਹਾਂ ਨੂੰ. ਕਹਿੰਦੇ ਮਾਰਕੀਟ ਸੈਗਮੈਂਟੇਸ਼ਨ ਦੇ ਵਿੱਚ ਆਪਾਂ ਇਟ ਇਜ਼ ਅ ਕੰਜ਼ਿਊਮਰਸ ਹੂ ਆਰ ਸੈਗਮੈਂਟਡ. ਆਪਾਂ ਸਿਰਫ ਕੰਜ਼ਿਊਮਰਸ ਨੂੰ ਅਲੱਗ ਕਰਦੇ ਹਾਂ, ਪ੍ਰੋਡਕਟ ਜਾਂ ਪ੍ਰਾਈਸਿਸ ਦੇ ਨੂੰ ਆਪਾਂ ਇੰਨਾ ਮਤਲਬ ਅਲੱਗ ਨਹੀਂ ਕਰਦੇ, ਡਿਫਰੈਂਸ਼ੀਏਟ ਨਹੀਂ ਕਰਦੇ ਹੈਗੇ. ਠੀਕ ਹੈ ਜੀ. ਹੁਣ ਇਹਦੇ ਵਿੱਚ ਜਿਵੇਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ, ਤੁਸੀਂ ਐਗਜ਼ਾਮਪਲ ਨਾਲ ਜ਼ਿਆਦਾ ਬੈਟਰ ਸਮਝੋਗੇ. ਆਪਣਾ ਇੱਕ ਐਗਜ਼ਾਮਪਲ ਲੈਂਦੇ ਹਾਂ ਪ੍ਰੋਡਕਟ ਲਾਈਨ ਦੀ. ਠੀਕ ਹੈ, ਕਿਹੜੀ ਕੰਪਨੀ ਦੀ? ਹਿੰਦੁਸਤਾਨ ਲੀਵਰ ਲਿਮਿਟਡ ਇਨ ਇੰਡੀਆ. ਠੀਕ ਹੈ, ਹਿੰਦੁਸਤਾਨ ਲੀਵਰ ਲਿਮਿਟਡ ਇੰਡੀਆ ਦੀ ਕੰਪਨੀ ਹੈ. ਠੀਕ ਹੈ, ਉਹਦੀ ਆਪਾਂ ਐਗਜ਼ਾਮਪਲ ਲਈ ਆ, ਆਪਾਂ ਸਨਸਿਲਕ ਦੇ ਸ਼ੈਂਪੂਜ਼ ਲੈਣੇ. ਠੀਕ ਹੈ, ਆਪਣੇ ਕੋਲ ਸਨਸਿਲਕ ਦੇ ਸ਼ੈਂਪੂਜ਼ ਨੇ ਜਿਹੜੇ ਕਿ ਅਲੱਗ-ਅਲੱਗ ਨੀਡਸ ਨੂੰ ਫੁਲਫਿਲ ਕਰਦੇ ਆ. ਹੁਣ ਜਿਹੜੇ ਕੰਜ਼ਿਊਮਰਸ ਦੇ ਨਾਰਮਲ ਹੇਅਰਸ ਨੇ, ਠੀਕ ਹੈ, ਉਹ ਇਹ ਵਾਲਾ ਸ਼ੈਂਪੂ ਪਰਚੇਜ਼ ਕਰੇਗਾ. ਜਿਨ੍ਹਾਂ ਦੇ ਗਰੀਸੀ ਹੇਅਰਸ ਨੇ, ਮੀਨਸ ਆਇਲੀ ਹੇਅਰਸ ਨੇ, ਉਹ ਗ੍ਰੀਨ ਵਾਲਾ ਸ਼ੈਂਪੂ ਹੈ ਤਾਂ ਸਨਸਿਲਕ ਹੀ ਆ ਪਰ ਇਹ ਵਾਲਾ ਸ਼ੈਂਪੂ ਯੂਜ਼ ਕਰੇਗਾ. ਡਰਾਈ ਹੇਅਰ ਵਾਸਤੇ ਮਾਰਕੀਟ ਦੇ ਵਿੱਚ ਯੈਲੋ ਵਾਲਾ ਸ਼ੈਂਪੂ ਆਏਗਾ. ਠੀਕ ਹੈ, ਅੰਡਰ ਮੋਇਸਚਰਾਈਜ਼ਡ ਹੇਅਰ ਵਾਸਤੇ ਆਪਣੇ ਕੋਲ ਆਹ ਵਾਲਾ ਸ਼ੈਂਪੂ ਹੈ, ਇਹ ਸਨਸਿਲਕ ਹੈ. ਕਹਿਣ ਦਾ ਭਾਵ ਕੀ ਆ? ਇਹ ਤਾਂ ਪ੍ਰੋਡਕਟ ਲਾਈਨ ਸੇਮ ਹੈ ਸਾਰੇ ਸਨਸਿਲਕ ਦੇ ਪ੍ਰੋਡਕਟ ਨੇ, ਪਰ ਇਹਨਾਂ ਦੇ ਯੂਜ਼ਸ ਜਿਹੜੇ ਨੇ ਉਹ ਕਸਟਮਰਸ ਦੀ ਨੀਡਸ ਦੇ ਅਕੋਰਡਿੰਗ ਅਲੱਗ-ਅਲੱਗ ਨੇ. ਠੀਕ ਹੈ, ਯਾਨੀ ਕਿ ਕਸਟਮਰ ਦੀ ਨੀਡ ਨੂੰ ਅਲੱਗ-ਅਲੱਗ ਡਿਵਾਈਡ ਕੀਤਾ ਆ, ਪ੍ਰੋਡਕਟ ਲਾਈਨ ਸੇਮ ਹੈ. ਠੀਕ ਹੈ, ਇਹ ਵਾਲੀ ਐਗਜ਼ਾਮਪਲ ਹੈ ਮਾਰਕੀਟ ਸੈਗਮੈਂਟੇਸ਼ਨ ਦੀ. ਨੈਕਸਟ ਆਪਾਂ ਗੱਲ ਕਰਦੇ ਹਾਂ ਦੇ ਬੈਨੀਫਿਟਸ ਦੀ. ਜੇ ਆਪਾਂ ਮਾਰਕੀਟ ਨੂੰ ਜੇ ਆਪਾਂ ਸੈਗਮੈਂਟ ਕਰਦੇ ਹਾਂ ਮਤਲਬ ਡਿਵਾਈਡ ਕਰਦੇ ਹਾਂ ਤਾਂ ਉਹਦੇ ਕੀ ਬੈਨੀਫਿਟਸ ਹੁੰਦੇ ਨੇ? ਉਹਦੇ ਬੇਸਿਕਲੀ ਬੈਨੀਫਿਟਸ ਹੈ, ਇਹਦੇ ਨਾਲ ਤਾਂ ਦੇਖੋ ਪ੍ਰੋਫਿਟ ਇਨਕਰੀਜ਼ ਹੋਏਗਾ ਕਿ ਨਹੀਂ? ਕਿਉਂਕਿ ਇਹਦੇ ਨਾਲ ਕੀ ਹੋਏਗਾ? ਪ੍ਰੋਡਕਟ ਲਾਈਨ ਹਰੇਕ ਕਸਟਮਰ ਦੀ ਨੀਡ ਨੂੰ ਫੁਲਫਿਲ ਕਰੇਗੀ ਅਤੇ ਕਸਟਮਰ ਜਿਹੜਾ ਤੁਹਾਡਾ ਪ੍ਰੋਡਕਟ ਜ਼ਿਆਦਾ ਤੋਂ ਜ਼ਿਆਦਾ ਖਰੀਦੇਗਾ ਅਤੇ ਪ੍ਰੋਫਿਟ ਆਪਣੇ ਆਪ ਕੰਪਨੀ ਨੂੰ ਹੋਏਗਾ. ਨੈਕਸਟ ਆ ਗਿਆ ਇਨਕਰੀਜ਼ ਕੰਪੀਟੀਟਿਵਨੈਸ. ਕੰਪੀਟੀਸ਼ਨ 'ਚ ਵੀ ਤੁਸੀਂ ਅੱਗੇ ਰਹੋਗੇ ਕਿਉਂਕਿ ਦੇਖੋ ਤੁਸੀਂ ਆਪਣੀ ਜਿਹੜੀ ਸਟ੍ਰੈਟਜੀ ਆ ਉਹ ਆਪਣੇ ਕੰਪੀਟੀਟਰਸ ਤੋਂ ਬਿਲਕੁਲ ਅਲੱਗ ਬਣਾਈ ਆ, ਉਹਨਾਂ ਤੋਂ ਲੁਕੋ ਕੇ ਬਣਾਈ ਆ, ਉਹਨਾਂ ਨੂੰ ਪਤਾ ਨਹੀਂ ਵੀ ਤੁਸੀਂ ਇਹ ਵਾਲੀ ਸਟ੍ਰੈਟਜੀ ਫੋਲੋ ਕੀਤੀ ਹੈ ਅਤੇ ਇਹਦੇ ਨਾਲ ਤੁਸੀਂ ਕੰਪੀਟੀਸ਼ਨ 'ਚ ਵੀ ਅੱਗੇ ਜਾਓਗੇ. ਠੀਕ ਹੈ, ਇਹਦੇ ਨਾਲ ਤੁਸੀਂ ਕੀ ਹੋਏਗਾ? ਤੁਸੀਂ ਆਪਣੇ ਕਸਟਮਰ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ, ਤੁਸੀਂ ਪਹਿਲਾਂ ਰਿਸਰਚ ਕੀਤੀ ਹੈ ਵੀ ਤੁਹਾਡੇ ਕਸਟਮਰਸ ਜਿਹੜੇ ਨੇ ਕੀ ਡਿਮਾਂਡ ਰੱਖ ਰਹੇ ਨੇ, ਤੁਸੀਂ ਉਸ ਅਕੋਰਡਿੰਗ ਹੀ ਸੈਗਮੈਂਟ ਕਰੋਗੇ. ਠੀਕ ਹੈ ਨਾ, ਅਤੇ ਇਹਦੇ ਨਾਲ ਤੁਸੀਂ ਆਪਣੇ ਕਸਟਮਰ ਨੂੰ ਚੰਗੇ ਤਰੀਕੇ ਨਾਲ ਸਮਝ ਸਕਦੇ ਹੋ. ਉਸ ਤੋਂ ਬਾਅਦ ਆ ਗਿਆ ਜੀ ਮਾਰਕੀਟ ਦੇ ਵਿੱਚ ਓਪਰਚੁਨਿਟੀਜ਼ ਨੂੰ ਤੁਸੀਂ ਈਜ਼ੀਲੀ ਅੰਡਰਸਟੈਂਡ ਕਰ ਸਕਦੇ ਹੋ ਕਿਉਂਕਿ ਜੋ ਪ੍ਰੋਪਰਲੀ ਤੁਸੀਂ ਡਿਵੀਜ਼ਨ ਕਰੋਗੇ ਆਪਣੀ ਮਾਰਕੀਟ ਦੀ ਤਾਂ ਆਪਣੇ ਮੌਕੇ ਜਿਹੜੇ ਨੇ ਉਹਨਾਂ ਨੂੰ ਨਾਲ ਦੀ ਨਾਲ ਦੇਖੋਗੇ.
उस तो बाद आ गया थोड़ी जी मार्केटिंग है बिल्कुल इफेक्टिव वे नाल बहुत अच्छे तरीके नाल चलेगी। ठीक है, थोड़े रिसोर्सिस जोड़े ने वधिया तरीके नाल यूज़ होणगे। रिटेंशन का मतलब ना जोड़े कस्टमर पहला थोड़ा प्रोडक्ट नहीं बाय करते सी वो भी खरीदण लग जाएंगे। ठीक है, तुसी अपने कस्टमर्स नूं चंगी तरह सैटिस्फाई कर सकते, क्योंकि देखो जेकर थोड़ा कस्टमर जोड़ा है थोड़े प्रोडक्ट तो बिल्कुल सैटिस्फाइड है, ऑबवियस जी गल तां ही सैटिस्फाइड होएगा जेकर वो नीड फुलफिल हो रही है, तो ये नाल तो तुसी अपने कस्टमर्स नूं फुली सैटिस्फाइड कर सकते हो। ठीक है, कॉस्ट इफेक्टिव है देखो, क्योंकि हम थोड़ा पता है भी थोड़े कस्टमर थोड़े प्रोडक्ट की डिमांड कर रहे हैं, तुसी उस अकॉर्डिंग प्रोडक्शन करोगे जिहदे नाल थोड़ी जिहड़ी खर्चा है कॉस्ट है वो घट होएगी। हाई रेट ऑफ सक्सैस, इन्हां सारियां चीज़ां दे नाल तुसी की मतलब थोड़ी कंपनी की करेगी, सक्सैस रिसीव करेगी, थोड़ी कंपनी नूं सफलता मिलेगी। ये तो सीगे इहदे बेनीफिट्स। नैक्सट आपां गल करदे हां कि बेनीफिट्स दे नाल नाल हुण ये जदों तुसी सैगमेंटेशन करोगे, ठीक है ना, यानी कि तुसी अपने मार्केट दे विच सैगमेंटेशन करोगे तो उहदे विच कुछ ना कुछ तुहानूं खर्चे जिहड़े ने बेयर करने पैणगे। खर्चे मीनस लागतां, ठीक है ना, खर्चे भी बेयर करने पैणगे। तो वो खर्चे किहड़े किहड़े ने, सब तो पहला इहदे विच आएगा जी प्रोडक्शन कॉस्ट। प्रोडक्शन का मतलब हुंदा बनाना। कहते जो भी तुसी मार्केट दे विच सैगमेंट करनी आ, इहदे विच तुहानूं प्रोडक्शन चाहे वो शॉर्ट लैवल ते कर रहे हो, ठीक है, चाहे वो बड़े लैवल ते कर रहे हो, तुहानूं प्रोडक्शन ते कॉस्ट खर्चा बीयर जिहड़ा करना ही पऊगा। जिवें तुसी रॉ मटीरियल लियाओगे, मशीनस लियाओगे, लेबर्स लियाओगे, ठीक है, मतलब प्रोडक्ट नूं प्रोड्यूस करोगे जिहड़ा उत्ते लागत आऊगी, एक तो वो खर्चा आएगा। दूसरा इन्वेंटरी हुंदा स्टॉक, ठीक है, स्टॉक जिहड़ा तुसी चीज़ रॉ मटीरियल कच्चा माल लैके आओगे, कोई कैमिकल्स लैके आओगे, फ्लेवर लैके आओगे, ये चीज़ां जिहड़ियां इन्वेंटरी कॉस्ट विच काउंट हुंदियां ने। नैक्सट आंदा प्रमोशनल। प्रमोशनल का मतलब हुंदा जो थोड़ा मतलब प्रोडक्ट बन जाता है, ठीक है, फिर तुसी उहनूं अगों प्रमोट करन दी भी सोचदे हो कि साडा प्रोडक्ट जिहड़ा हर एक दे कोले उहनूं नॉलेज होवे, पता होवे भी अपने जिहड़े प्रोडक्ट की नॉलेज रखदा होवे तो उहनूं खरीद सके। इस तो इलावा होर आंदा जी अपने प्रोडक्ट कॉस्ट। प्रोडक्ट मतलब प्रोडक्ट नूं बनाउण ते, क्योंकि देखो सब तो पहले तुसी रिसर्च करदे हो, उस अकॉर्डिंग प्रोडक्ट नूं डिवेलप करदे हो, ठीक है, उस क्योंकि तुसी इस तरीके नाल डिवेलप करोगे ताकि तुहानूं ये लगे कि बाकी मार्केट दे नालों तुहाडा प्रोडक्ट बिल्कुल की होवे, सैपरेट होवे। ठीक है, तो इस जो तुसी इहो जिहा प्रोडक्ट बनाओगे तुहानूं प्रोडक्ट बनाउण ते भी खर्चा बीयर करना पएगा, वो हुंदा प्रोडक्ट कॉस्ट। लास्ट जिहड़ा कॉस्ट रहिंदी है दैट इज़ मैनेजमेंट, मैनेज करन दी कॉस्ट। ਇਹਦਾ मतलब ਹੁੰਦਾ भी ਜਿਹੜੀ ਤੁਸੀਂ मार्केटिंग स्ट्रैटजी बनाओगे, ठीक है, पहला तुसी उन्होंने डिज़ाइन करोगे, मैनेजमेंट जी कमेटी है, मैनेजमेंट है, उन्होंने डिज़ाइन करूगी, डिज़ाइन करके उन्होंने स्ट्रैटजी को इंप्लीमेंट मतलब लागू करूगी हरेक सैगमेंट दे विच। जिन्ने भी डिपार्टमेंट बनाओगे ना, सैगमेंट बनाओगी, वो हरेक दे विच उन्होंने अपलाई करेगी। उस तो बाद इसी स्ट्रैटजी दे विच वो किहदे नाल डील करूगी, 4P दे नाल। 4P किहड़े सीगे, प्रोडक्ट, प्राइस, प्लेस ते प्रमोशन। कहने का भाव की है कि ये सीगियां एक प्रोडक्ट सैगमेंट नूं मैनेज करन दे खर्चे। ठीक है जी, हुण तुहाडे अज दे 2 क्वेश्चन ये ने, तुसी कोई भी जे मैं सनसिल्क दी एग्जाम्पल दी है, तुसी कोई भी एक प्रोडक्ट की मैनू एग्जाम्पल देनी है जिहड़ी कि मार्केट दे विच सैगमेंट हो रही होवे, ठीक है, तुसी इहदी मैनू जरूर कोई भी एग्जाम्पल जिहड़ी आ देनी है। इस तो बाद तुसी मैनू कोई भी 2 बेनीफिट्स मार्केट सैगमेंट जिहड़ी आ क्यों कीती जांदी आ, उहदे कोई भी 2 बेनीफिट्स यानी कि 2 लाभ तुसी मैनू दसने ने। थैंक यू रजी।